ਸਿਮਰਨਜੀਤ ਸਿੰਘ ਮਾਨ ਦੇ ਨਾਲ ਯੂਥ ਜੁੜਿਆ ਸੀਗਾ ਜੀ। ਉਹਨਾਂ ਦੀ ਰਾਜਨੀਤਿਕ ਜਿਹੜਾ ਸਫ਼ਰ ਰਿਹਾ ਉਹਦੇ ਬਹੁਤ ਉਤਰਾਅ ਚੜਾਵ ਆਏ ਤੇ ਉਹ ਆਪਦੀ ਸੋਚ ਤੋਂ ਨਹੀਂ ਪਰੇ ਹੋਏ। ਤੇ ਅੱਜ ਅਸੀਂ ਜਿਹੜੇ ਉਹਨਾਂ ਨੇ ਜਿਹੜਾ ਯੂਥ ਨੂੰ ਹੀ ਆਪਦੇ ਤੋਂ ਦੂਰ ਕਰ ਲਿਆ ਇਹ ਬਿਆਨ ਕਰਕੇ ਵੀ ਉਹ ਅੰਤਕਵਾਦੀ ਨੇ, ਇਹ ਬਹੁਤ ਉਹਨਾਂ ਨੇ ਗਲਤ ਚੀਜ਼ ਕਹੀ ਹੈ। ਸਰਦਾਰ ਸਿਮਰਨਜੀਤ ਮਾਨ ਸਾਡੇ ਬਹੁਤ ਆਦਰਯੋਗ ਨੇ, ਸਾਡੇ ਬਜ਼ੁਰਗਾਂ ਦੀ ਉਮਰ ਦੇ ਨੇ, ਲੋਕਾਂ ਨੇ ਉਹਨਾਂ ਨੂੰ ਇੰਨਾ ਫਤਵਾ ਦੇ ਕੇ ਜਿਤਾਇਆ, ਪਰ ਇਹੋ ਜਿਹੀ ਬਿਆਨਬਾਜ਼ੀ ਦੀ ਮੈਂ ਨਿੰਦਾ ਕਰਦਾ ਜੀ। नहीं, अगर चलो उनका पर्सनल व्यू पॉइंट कुछ भी हो सकता है, लेकिन जिन्होंने देश के लिए इतना कुछ किया, इतनी छोटी सी उम्र में जो बंदा इतना कुछ करके गया, इतना कुछ उसने देखा है, उसने अपने लिए कुछ भी नहीं किया है, अपने स्वार्थ के लिए। ਸਿਮਰਨ ਸਿੰਘ ਮਾਨ ਇੱਕ ਬਹੁਤ ਵੱਡੇ ਨੇਤਾ ਹੈ, ਜਿਹੜੇ ਬਹੁਤ ਸਿਆਣੇ ਬੰਦੇ ਆ, ਉਹਨਾਂ ਦੇ ਮੂੰਹ ਤੋਂ ਇਦਾਂ ਦੀ ਗੱਲ ਚੰਗੀ ਨਹੀਂ ਲੱਗਦੀ। ਬੀਤੇ ਦਿਨੀ ਸੰਗਰੂਰ ਦੀਆਂ ਜਿਮਨੀ ਚੋਣਾਂ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਭਾਰੀ ਵੋਟਾਂ ਦੇ ਨਾਲ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਜਿੱਤ ਦੇ ਕੁਝ ਸਮੇਂ ਬਾਅਦ ਉਹਨਾਂ ਦੇ ਇੱਕ ਬਿਆਨ ਸਾਹਮਣੇ ਆਉਂਦਾ ਜਿਨ੍ਹਾਂ ਦੇ ਵਿੱਚ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਦੇ ਨੇ। ਅੱਜ ਅਸੀਂ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਦਾ ਇਸ ਬਿਆਨ ਦੇ ਬਾਰੇ ਕੀ ਕੁਝ ਕਹਿਣਾ। ਬਈ ਬੀਤੇ ਦਿਨੀ ਇੱਕ ਬਿਆਨ ਸਾਹਮਣੇ ਆਉਂਦਾ ਹੈ ਸਿਮਰਨਜੀਤ ਸਿੰਘ ਮਾਨ ਹੋਣਾ ਦਾ, ਜਿਹਦੇ ਵਿੱਚ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਦੀ ਤੁਲਨਾ ਜਿਹੜੀ ਕਿ ਉਹ ਅੱਤਵਾਦੀ ਨਾਲ ਕਰਦੇ ਆ, ਕਿਵੇਂ ਵੇਖਦੇ ਹੋ ਇਸ ਨੂੰ? ਠੀਕ, ਹਾਂਜੀ, ਜਿਹੜਾ ਸਿਮਰਨਜੀਤ ਸਿੰਘ ਮਾਨ ਜੀ ਨੇ ਦਿੱਤਾ ਇਹ ਬਿਆਨ, ਜਿਵੇਂ ਸਾਨੂੰ ਸ਼ੁਰੂ ਤੋਂ ਦੇਖੋ ਐਜੂਕੇਸ਼ਨ 'ਚ ਸਮਝਾਉਂਦੇ ਨੇ ਵੀ ਫਰੀडम ਫਾਈਟਰ ਨੇ ਜੀ, ਉਹਨਾਂ ਨੇ ਆਜ਼ਾਦੀ ਲਈ ਸਾਡੇ ਲਈ ਬਹੁਤ ਸੰਘਰਸ਼ ਕੀਤਾ। ਸਿਮਰਨਜੀਤ ਸਿੰਘ ਮਾਨ ਦੇ ਨਾਲ ਯੂਥ ਜੁੜਿਆ ਸੀਗਾ ਜੀ। ਉਹਨਾਂ ਦੀ ਰਾਜਨੀਤਿਕ ਜਿਹੜਾ ਸਫ਼ਰ ਰਿਹਾ ਉਹਦੇ ਬਹੁਤ ਉਤਰਾਅ ਚੜਾਵ ਆਏ ਤੇ ਉਹ ਆਪਦੀ ਸੋਚ ਤੋਂ ਨਹੀਂ ਪਰੇ ਹੋਏ। ਤੇ ਅੱਜ ਅਸੀਂ ਜਿਹੜੇ ਉਹਨਾਂ ਨੇ ਜਿਹੜਾ ਯੂਥ ਨੂੰ ਹੀ ਆਪਦੇ ਤੋਂ ਦੂਰ ਕਰ ਲਿਆ ਇਹ ਬਿਆਨ ਕਰਕੇ ਵੀ ਉਹ ਅੰਤਕਵਾਦੀ ਨੇ, ਇਹ ਬਹੁਤ ਉਹਨਾਂ ਨੇ ਗਲਤ ਚੀਜ਼ ਕਹੀ ਹੈ ਵੀ ਇਹ ਨਹੀਂ, ਅਸੀਂ ਇਸ ਚੀਜ਼ ਦੀ ਨਿੰਦਾ ਕਰਦੇ ਹਾਂ ਕੜੇ ਸ਼ਬਦਾਂ 'ਚ ਵੀ ਉਹਨਾਂ ਨੇ ਬਹੁਤ ਗਲਤ ਬਿਆਨ ਦਿੱਤਾ ਹੈ ਜੀ। ਦਿਨ ਪਹਿਲਾਂ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਜਿਹਦੇ ਵਿੱਚ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਬੋਲਦਾ ਹੈ। ਤੁਹਾਨੂੰ ਇਹ ਗੱਲ ਕਿੱਥੋਂ? ਜਿਹੜਾ ਮਾਨ ਸਾਹਿਬ ਦਾ ਬਿਆਨ ਆਇਆ ਬਹੁਤ ਗਲਤ ਬਿਆਨ ਆਇਆ ਜੀ। ਇਹ ਉਹਨਾਂ ਨੂੰ ਨਹੀਂ ਕਹਿਣਾ ਚਾਹੀਦਾ ਹੈਗਾ। ਤੇ ਭਗਤ ਸਿੰਘ ਜੀ ਨੇ ਆਪਣੇ ਦੇਸ਼ ਲਈ ਆਜ਼ਾਦੀ ਦੇਣ ਲਈ ਉਹਨਾਂ ਨੇ ਆਪ ਨੂੰ ਨਿਸ਼ਾਵਰ ਕਰਤੀ ਆਪਣੀ ਜਾਨ, ਤੇ ਉਹਨਾਂ ਉੱਤੇ ਜਿਹੜਾ ਇਲਜ਼ਾਮ ਲਗਾਇਆ ਬਹੁਤ ਨਿੰਦਾ, ਯੂਥ ਦੀ ਬਹੁਤ ਨਿੰਦਾ ਕਰਦਾ ਹੈ ਕਿ ਉਹਨਾਂ ਨੂੰ ਨਹੀਂ ਬੋਲਣਾ ਚਾਹੀਦਾ ਕੁਝ। ਦੇਖੋ ਆਹ ਜਿਹੜਾ ਕਹਿਣਾ ਕਰਨਾ ਬਹੁਤ ਗਲਤ ਗੱਲ ਹੈ। ਜਦੋਂ ਉਹ ਸਾਡੇ ਰੋਲ ਮਾਡਲ ਹੈ, ਉਹਨਾਂ ਨੇ ਸਾਨੂੰ ਆਜ਼ਾਦੀ ਦਵਾਈ, ਆਪਣੀ ਜਵਾਨੀ ਵਿੱਚ ਕੁਰਬਾਨ ਕਰ ਦਿੱਤੇ ਸਾਡੇ ਦੇਸ਼ ਲਈ, ਤੇ ਉਹਨਾਂ ਨੇ ਇਹ ਕਹਿ ਕੇ ਮਤਲਬ ਉਹਨਾਂ ਉੱਤੇ ਬਹੁਤ ਗੰਦਾ ਇਲਜ਼ਾਮ ਲਗਾਇਆ ਤੇ ਦੁਨੀਆ ਨੂੰ, ਯੂਥ ਨੂੰ ਇੱਕ ਭੜਕਾਉਣ ਦਾ ਇੱਕ ਵਿਸ਼ਵਾਸ ਬਹੁਤ ਘਟਨਾ ਕਰੀ ਹੈ। ਤੇ ਇਹਨਾਂ ਬਾਰੇ ਉਹਨਾਂ ਨੂੰ ਸੋਚ ਸਮਝ ਕੇ ਬੋਲਣਾ ਚਾਹੀਦਾ। ਕੋਈ ਵੀ ਬਿਆਨ ਕਰਨ ਤੋਂ ਪਹਿਲਾਂ ਤਾਂ ਪੂਰਾ ਸੋਸਾਇਟੀ ਨੂੰ ਦੇਖ ਕੇ, ਜਾਂ ਕੋਈ ਵੀ ਜਿਹੜੀ ਚੀਜ਼ ਉਹਨਾਂ ਨੇ ਕਰੀ ਹੈ ਜੋ ਤੁਸੀਂ ਉਸ ਜੋਗਾ ਕਰ ਨਹੀਂ ਸਕਦੇ, ਬਟ ਉਹਨਾਂ ਨੂੰ ਬੋਲਣਾ ਬਹੁਤ ਗਲਤ ਚੀਜ਼ ਹੈ। ਬਈ ਬੀਤੇ ਦਿਨੀ ਸਿਮਰਨਜੀਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਜਿਨ੍ਹਾਂ ਦੇ ਵਿੱਚ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ, ਇਹਨੂੰ ਕਿਵੇਂ ਵੇਖਦੇ ਹੋ? ਵੈਸੇ ਤਾਂ ਜੀ ਦੇਖੋ, ਸਰਦਾਰ ਸਿਮਰਨਜੀਤ ਮਾਨ ਸਾਡੇ ਬਹੁਤ ਆਦਰਯੋਗ ਨੇ, ਸਾਡੇ ਬਜ਼ੁਰਗਾਂ ਦੀ ਉਮਰ ਦੇ ਨੇ, ਲੋਕਾਂ ਨੇ ਉਹਨਾਂ ਨੂੰ ਇੰਨਾ ਫਤਵਾ ਦੇ ਕੇ ਜਿਤਾਇਆ, ਪਰ ਇਹੋ ਜਿਹੀ ਬਿਆਨਬਾਜ਼ੀ ਦੀ ਮੈਂ ਨਿੰਦਾ ਕਰਦਾ ਜੀ। ਕਿਉਂਕਿ ਦੇਖੋ ਅੱਜ ਕੱਲ੍ਹ ਦਾ ਟਾਈਮ ਹੈ, ਯੂਥ ਕੋਲੇ ਪਹਿਲਾਂ ਹੀ ਆਈਕਨਾਂ ਦੀ ਘਾਟ ਹੈ। ਜੇ ਆਪਾਂ ਇੱਕ ਮੌਜੂਦਾ ਆਈਕਨ ਨੂੰ ਅੱਤਵਾਦੀ ਘੋਸ਼ਿਤ ਕਰ ਦਾਂਗੇ, ਯੂਥ ਨੂੰ ਉਹ ਤੋਂ ਪਰੇ ਕਰ ਦਾਂਗੇ, ਤਾਂ ਯੂਥ ਨੇ ਗਲਤ ਰਾਹ 'ਤੇ ਪੈਣਾ, ਭਟਕਣਾ। ਸੋ ਮੈਂ ਸਿਮਰਨਜੀਤ ਮਾਨ ਜੀ ਸਾਹਿਬ ਨੂੰ ਇਹੀ ਅਪੀਲ ਕਰਦਾ ਕਿ ਇਹੋ ਜਿਹੀ ਬਿਆਨਬਾਜ਼ੀ ਛੱਡ ਕੇ ਜੋ ਮੌਨਸੂਨ ਸੱਤਰ ਸ਼ੁਰੂ ਹੋਇਆ ਉਹਦੇ 'ਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ, ਪੰਜਾਬ ਦੇ ਹੱਕਾਂ ਦੀ ਗੱਲ ਕਰਨ। ਧੰਨਵਾਦ। ਬਈ ਬੀਤੇ ਦਿਨੀ ਇੱਕ ਬਿਆਨ ਸਾਹਮਣੇ ਆਉਂਦਾ ਹੈ ਸਿਮਰਨਜੀਤ ਸਿੰਘ ਮਾਨ ਹੋਣਾ ਦਾ, ਜਿਨ੍ਹਾਂ ਦੇ ਵਿੱਚ ਕਿ ਉਹ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਵੀਰੇ ਦੇਖੋ, ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇਹੀ ਕਹਿਣਾ ਚਾਹਾਂਗਾ, ਮੈਂ ਮੰਨਦਾ ਵੀ ਭਗਤ ਸਿੰਘ ਨੇ ਬਹੁਤ ਸਾਰੇ ਆਪਣੇ ਦੇਸ਼ ਲਈ ਬਹੁਤ ਕੁਝ ਕੀਤਾ, ਵੀ ਆਪਾਂ ਨੂੰ ਸ਼ਾਇਦ ਨਾ ਫਰੀडम ਮਿਲਦਾ, ਬਟ ਉਹਨਾਂ ਨੇ ਮੇਨ ਸੀਗਾ ਉਹਨਾਂ ਦਾ ਪ੍ਰਸਿੱਧੀ ਲਈ। ਜਿੱਥੋਂ ਤੱਕ ਮੇਰੀ ਨਿਗਾਹ ਜਾਂ ਮੈਨੂੰ ਚਾਨਣਾ ਹੈਗਾ, ਉਹਨਾਂ ਬੁੱਕਸ 'ਚ ਵੀ ਉਹਨਾਂ ਬਾਰੇ ਬਹੁਤ ਕੁਝ ਲਿਖਿਆ ਵੀ ਉਹਨਾਂ ਨੇ ਸਿਰਫ ਪ੍ਰਸਿੱਧੀ ਲਈ ਕੀਤਾ। ਜਿਹੜਾ ਲਾਲਾ ਲਾਜਪਤ ਰਾਏ ਦਾ ਉਹਨਾਂ ਨੇ ਬਦਲਾ ਲਿਆ ਸੀਗਾ, ਉਹ ਜਦ ਕਿ ਉਹਨਾਂ ਨੂੰ ਮਾਰਿਆ ਨਹੀਂ ਸੀ, ਉਹਨਾਂ ਦੀ ਹਾਰਟ ਅਟੈਕ ਨਾਲ ਮੌਤ ਹੋਈ ਸੀਗੀ, ਕਿਉਂਕਿ ਜਿਸ ਉਦੋਂ ਜੁੱਤੀ ਸਿੱਟੀ ਸੀਗੀ ਤੇ ਉਹ ਕਿਸੇ ਦੇ ਵੱਜੀ ਨਹੀਂ ਸੀਗੀ, ਤੇ ਉਹੀ ਉਹਨਾਂ ਨੇ ਦਿਲ 'ਚ ਧਾਰ ਲਈ ਵੀ ਮੈਂ ਬਦਲਾ ਲੈਣਾ। ਤਾਂ ਉਹਨਾਂ ਲਈ ਇੱਕ ਪੁਲਿਸ ਅਫਸਰ ਮਾਰਿਆ ਉਸ ਦਾ ਕੋਈ ਸਬੰਧ ਨਹੀਂ ਸੀ, ਉਹ ਤਾਂ ਜਸਟ ਉੱਥੇ ਪ੍ਰੈਜ਼ੈਂਟ ਸੀਗਾ। ਤੇ ਰਹੀ ਗੱਲ ਬੰਬ ਸਿੱਟਣ ਦੀ ਜੀ, ਬੰਬ ਸਿੱਟਣ ਵੇਲੇ ਸਵਾਮੀ ਨੇ ਇਹਨਾਂ ਨੂੰ ਰੋਕਿਆ ਸੀਗਾ ਵੀ ਤੁਸੀਂ ਇਹ ਕੰਮ ਰਹਿਣ ਦਿਓ, ਜੇ ਤੁਸੀਂ ਕਰਨਾ ਤਾਂ ਉੱਥੋਂ ਨਿਕਲ ਜਾਓ ਜੇ। ਤੇ ਭਗਤ ਸਿੰਘ ਨੇ ਇਹ ਕਿਹਾ ਸੀਗਾ ਬਈ ਵੀ ਮੈਨੂੰ ਇਹ ਪ੍ਰਸਿੱਧੀ ਮਿਲੂਗੀ, ਸਾਨੂੰ ਇੱਥੋਂ ਪਤਾ ਲੱਗੂਗਾ ਲੋਕਾਂ ਨੂੰ ਵੀ ਅਸੀਂ ਵੀ ਹੈਗੇ ਹਾਂ। ਤਾਂ ਉਹ ਮੈਂ ਮੰਨਦਾ ਵੀ ਕੁਝ ਕੁ ਹੱਦ ਤੱਕ ਗਲਤ ਸੀਗਾ, ਬਟ ਆਪਾਂ ਮਾੜਾ ਨਹੀਂ ਕਹਿੰਦੇ, ਸਹਿਮਤ ਵੀ ਹਾਂ। ਬਟ ਜੇ ਆਪਾਂ ਦੇਖਿਆ, ਆਪਾਂ ਨੂੰ ਆਪਣੇ ਕ੍ਰਾਂਤੀਕਾਰਾਂ ਨੂੰ ਭੁੱਲਣਾ ਵੀ ਨਹੀਂ ਚਾਹੀਦਾ ਤੇ ਮਾੜਾ ਵੀ ਨਹੀਂ ਕਹਿਣਾ ਚਾਹੀਦਾ। ਜੋ ਕੀਤਾ ਉਹਨਾਂ ਨੇ ਕੀਤਾ ਤਾਂ ਆਪਣੇ ਲਈ ਕੀਤਾ, ਨਾ ਮਾੜਾ ਕਹੋ ਉਹਨਾਂ ਨੂੰ, ਨਾ ਚੰਗਾ ਕਹੋ। ਹੁਣ ਆਪਾਂ ਨੂੰ ਹਿਸਟਰੀ ਬਾਰੇ ਕੁਝ ਇੰਨਾ ਨਹੀਂ ਪਤਾ, ਆਪਾਂ ਕਿਹੜਾ ਉੱਥੇ ਪ੍ਰੈਜ਼ੈਂਟ ਸੀਗੇ। ਸੋ ਜੋ ਬੁੱਕਸ 'ਚ ਦਿੱਤਾ ਆਪਾਂ ਉਸੇ ਅਕੋਰਡਿੰਗ ਚੱਲ ਸਕਦੇ ਹਾਂ। ਬਾਕੀ ਜੀ ਮਾਨ ਸਾਹਿਬ ਨੇ ਵੀ ਬਹੁਤ ਕੁਝ ਕੀਤਾ, ਉਹਨਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ ਜੀ। ਬਾਕੀ ਅੱਗੇ ਲਈ ਫਿਊਚਰ ਤੇ ਦੇਖੋ ਵੀ ਫਿਊਚਰ 'ਚ ਕੀ ਹੁੰਦਾ। ਬਈ ਬੀਤੇ ਦਿਨੀ ਇੱਕ ਸਿਮਰਨਜੀਤ ਸਿੰਘ ਮਾਨ ਦਾ ਬਿਆਨ ਆਇਆ ਜਿਹਨਾਂ ਦੇ ਵਿੱਚ ਕਿ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਕਿਹਾ, ਤੁਸੀਂ ਇਹਨੂੰ ਕਿੱਥੋਂ ਤੱਕ ਸਹੀ ਸਮਝਦੇ? नहीं, अगर चलो उनका पर्सनल व्यू पॉइंट कुछ भी हो सकता है,
लेकिन जिन्होंने देश के लिए इतना कुछ किया, इतनी छोटी सी उम्र में जो बंदा इतना कुछ करके गया, इतना कुछ उसने देखा है, उसने अपने लिए कुछ भी नहीं किया है अपने स्वार्थ के लिए। तो अपने उस टाइम पे जो ब्रिटिशर्स थे वो हमारा एक्सप्लॉइट कर रहे, सब कुछ इतना कुछ मतलब कि सोसाइटी में इतना कुछ गलत हो रहा था, उसने हर एक जो भी चीज़ गलत हो रही ना, हर एक गलत के खिलाफ उसने आवाज़ उठाई थी। तो अगर हम हमारे क्रांतिकारी थे, जो हमारे रोल मॉडल हैं, आज यूथ भी है, उन्होंने अपने अच्छी एक वो वाई आई एम एथिस्ट है, उसने सबको बंदा छोटी सी उम्र में इतना कुछ करके चला गया। और कोई बंदा इतना एजुकेटेड बंदा, वो एज एक आईपीएस ऑफिसर भी काम कर चुके हैं, तो वो बंदा भी अगर उनको टेररिस्ट बोल रहा है तो ये चीज़ बिल्कुल ही अनबिलीवेबल है, हम उसको सहन नहीं कर सकते। असहनीय चीज़ है, बिल्कुल ही गलत किया है उसने। और कुछ भी बोलने से पहले तथ्यों को पढ़ लेना चाहिए, लोगों से उस चीज़ के बारे में थोड़ा सा सोसाइटी में देख लेना चाहिए कि भाई उस बंदे के बारे में आप बोल रहे हो जिस बंदे के ऊपर आज तक है ही नहीं कहीं पे भी। तो वो जो बंदा बोल रहा है ना, तो ब्रिटिशर्स ने उनको एज ए टेररिस्ट उनको पेश किया हमारे सामने, ना कि हमारी गवर्नमेंट ने। 1947 के बाद हमारी गवर्नमेंट ने कभी भी ये नहीं बोला कि हाँ भाई वो बंदा टेररिस्ट था। 1947 से पहले अंग्रेज़ों ने ये सब बोला है कि भाई वो टेररिस्ट था। अंग्रेज़ों ने क्यों बोला है? क्योंकि उस टाइम पे कोई असेंबली में वो बिल पास कर रहे थे और भगत सिंह ने वो विरोध किया था। अगर वो टेररिस्ट होता ना, तो जो असेंबली हॉल था ना, उनके बीच में बम डालता जिसमें लोग मरते। लेकिन उस बंदे ने वो नहीं किया, सिर्फ उसने ये दिखाया था एक एज ए सिग्नल कि हम जाग चुके हैं और जो आपके कान बहरे हैं ना, वो खोल के रखो कि भाई जो इंडिया का यूथ है ना, वो आपको जगाने के लिए आ चुका है। तो सिर्फ उन्होंने ये किया। और वो चाहते तो भाग भी सकता था, हम तब भी उसको टेररिस्ट बोल सकते हैं कि वो भाग गया। वो भागा भी नहीं है, कायरता भी नहीं की उसने, वहाँ पे खड़ा होके बाकायदा उसने उस चीज़ का स्टैंड दिया कि हम भागेंगे नहीं। और वहीं पे उन्होंने इनकलाबी जिंदाबाद का नारा दिया था। तो उस चीज़ को यार, अगर कोई बंदा उग्रवादी बोल रहा है तो बिल्कुल ही गलत बोल रहा है। और ऊपर से एक अपना अवतार सिंह संधू थे, जिसको हम पास भी बोलते हैं, तो उन्होंने खुद ये इतने बड़े कवि हुए थे जिनको बाद में खालिस्तानियों ने मार भी दिया था। क्यों मारा था? क्योंकि वो बंदा एक जिसको बोल सकते हैं हम रैशनलिस्ट था, वो तर्कवादी था भगत सिंह की तरह। तो उसको भी खालिस्तानियों ने मार दिया था, क्योंकि वो बंदा धर्म के खिलाफ तो नहीं, लेकिन वो बंदा पास भी वो चीज़ें लिखता जो कहीं ना कहीं भगत सिंह से कंपेयर होती थी, आइडियोलॉजी उनकी सेम थी। तो अपना अवतार सिंह संधू भी क्या लिखते हैं कि भाई भगत सिंह ने पहली बार पंजाब को जंगलीपन, पहलवानी, जहालत से बुद्धिवाद की ओर मोड़ा। ठीक है, जिस दिन फांसी दी गई उनकी कोठरी में लेनिन की किताब मिली जिसका एक पन्ना मुड़ा हुआ था। पंजाब की जवानी को उसके आखिरी दिन से उस मुड़े पन्ने से आगे बढ़ना है, चलना है और आगे निकलना है। तो ये अपना अवतार सिंह संधू ने भी ये सब चीज़ें बोली हुई है। तो जो इतना बड़ा बंदा है, जिस बंदे को भी, सिमरनजीत सिंह मान को भी बहुत सारे लोग हैं जो फॉलो कर रहे होंगे, लेकिन उस बंदे को थोड़ा सा सोच लेना चाहिए कि भाई मेरा सोसाइटी में क्या इफेक्ट जाएगा, किस चीज़ का। एक सोसाइटी ना दो धड़ों में बंट जाएगी, एक वो बोलेंगे उन्होंने ठीक बोला, एक बोलेंगे गलत है। तो ऐसी कंट्रोवर्सी नहीं पैदा करनी चाहिए। एक एज ए रिस्पॉन्सिबल जो अपना वो सिटीजन है, ठीक है, तो उनको ये चाहिए कि भाई चीज़ों को ना थोड़ा सा रेशनली सोच के, उन चीज़ों को एनालिसिस करके उसके बाद ही बोलना चाहिए। और वो एक एक्स अपने आईपीएस भी रह चुके हैं, ऑफिसर उस पर भी रह चुके हैं, तो एक उनकी थोड़ी सी मेंटलिटी भी हमारे सामने निकल के आती है कि भाई वो कैसे कैसे उन्होंने काम भी किए होंगे उस टाइम पे, जो इनकी जिसकी मेंटलिटी आज ऐसी ऐसी है, उस टाइम पे कैसे काम किए होंगे। तो हमें थोड़ा सा कहीं ना कहीं सोचना चाहिए। और रही भगवंत सिंह मान की, वो खुद भगत सिंह को अपना रोल मॉडल मानते हैं और वो दूसरी तरफ वो बंदा ये बोल रहा है, तो कुछ ना कुछ थोड़ा सा अपना सोच के करना चाहिए। ਬਈ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਸ਼ਹੀਦ ਭਗਤ ਸਿੰਘ ਨੂੰ ਕਿਹਾ ਕਿ ਉਹ ਅੱਤਵਾਦੀ ਹੈ, ਕਿਵੇਂ ਤੁਸੀਂ ਵੇਖਦੇ ਹੋ? ਜੀ ਇਹ ਤਾਂ ਬਹੁਤ ਵੱਡੀ ਗਲਤ ਗੱਲ ਹੈ। ਇੱਕ ਸਿਮਰਨ ਸਿੰਘ ਮਾਨ ਇੱਕ ਬਹੁਤ ਵੱਡੇ ਨੇਤਾ ਹੈ, ਜਿਹੜੇ ਬਹੁਤ ਸਿਆਣੇ ਬੰਦੇ ਆ, ਉਹਨਾਂ ਦੇ ਮੂੰਹ ਤੋਂ ਇਦਾਂ ਦੀ ਗੱਲ ਚੰਗੀ ਨਹੀਂ ਲੱਗਦੀ, ਕਿਉਂਕਿ ਭਗਵੰਤ ਮਾਨ ਸਾਡੇ ਰੋਲ ਮਾਡਲ ਰਹੇ ਹੈ। ਬਈ ਬੀਤੇ ਦਿਨੀ ਸਿਮਰਜੀਤ ਸਿੰਘ ਮਾਨ ਦਾ ਇੱਕ ਬਿਆਨ ਸਾਹਮਣੇ ਆਉਂਦਾ, ਜਿਨ੍ਹਾਂ ਦੇ ਵਿੱਚੋਂ ਕਹਿੰਦੇ ਆ ਕਿ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਨੇ ਅੱਤਵਾਦੀ ਕਿਹਾ, ਤੁਸੀਂ ਉਹਨੂੰ ਕਿਵੇਂ ਵੇਖਦੇ ਹੋ? ਦੇਖੋ ਜੀ, ਜਿਹੜੇ ਆਪਾਂ ਵੈਸੇ ਤਾਂ ਕਹਾਂਗੇ ਹੁੰਦੇ ਉਹ ਐਮਪੀ ਜਿਹੜੇ ਬਣੇ ਹੈਗੇ ਆ ਮਾਨ ਸਾਹਿਬ, ਜਿਹੜੇ ਕਿ ਇਹ ਚੀਜ਼ ਦੇ ਬਿਆਨਾਂ ਦੇ ਵਿੱਚ ਉਹਨਾਂ ਨੇ ਬਹੁਤ ਗਲਤ ਕਿਹਾ ਹੈ। ਜਿਹੜੇ ਭਗਤ ਸਿੰਘ ਹੈ ਜਿਨ੍ਹਾਂ ਆਪਣੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ, ਠੀਕ ਹੈ ਜੀ, ਉਹਨਾਂ ਲਈ ਇੰਨਾ ਅਪਸ਼ਬਦ ਕਹਿਣਾ ਨਹੀਂ ਹੈ। ਉਹਨਾਂ ਕਰਕੇ ਹੀ ਅੱਜ ਅਸੀਂ ਇੱਥੇ ਖੜੇ ਆ ਜੀ, ਠੀਕ ਹੈ, ਜਿਨ੍ਹਾਂ ਨੇ ਆਪਣੀਆਂ ਆਜ਼ਾਦੀਆਂ ਲਈ ਲੜੇ ਹੈਗੇ ਹੈ।
ਠੀਕ ਹੈ ਨਹੀਂ, ਤੁਸੀਂ ਵੀ ਕਿਸੇ ਚੀਜ਼ ਦੇ ਬਾਰੇ ਸੋਚ ਕੇ ਚੱਲਦੇ ਹੋ ਆਜ਼ਾਦੀ ਲਈ, ਠੀਕ ਹੈ ਨਾ, ਮਗਰ ਜੋ ਪੂਰੇ ਦੇਸ਼ ਲਈ ਉਹਨਾਂ ਨੇ ਕੀਤਾ ਉਸ ਤੋਂ ਵੱਡੀ ਕੁਰਬਾਨੀ ਕੋਈ ਦੇ ਨਹੀਂ ਸਕਦਾ, ਠੀਕ ਹੈ। ਇਹ ਚੀਜ਼ ਇਹਨਾਂ ਨੇ ਬਹੁਤ ਗਲਤ ਕਹੀ ਹੈ, ਠੀਕ ਹੈ ਜੀ। ਜਿਹੜੇ ਆਪਣੇ ਭਗਤ ਸਿੰਘ ਜੀ ਹੈਗੇ ਸਾਡੇ ਸ਼ਹੀਦ ਭਗਤ ਸਿੰਘ ਜੀ, ਤੇ ਉਹਨਾਂ ਨੇ ਇੰਨਾ ਆਪਣਾ ਯੂਥ ਦੇ ਵਿੱਚ ਪ੍ਰੇਰਨਾ, ਦੇਖੋ ਜੀ ਯੂਥ ਉਹਨਾਂ ਲਈ ਕਿੰਨਾ ਕਰਦਾ ਹੈਗਾ, ਠੀਕ ਹੈ, ਦੇਸ਼ ਲਈ। ਅਸੀਂ ਤਾਂ ਉਹਨਾਂ ਨੂੰ ਬਹੁਤ, ਜਿੱਦਾਂ ਹੁਣ ਮਾਨ ਆਪ ਪਾਰਟੀ ਆਈ ਹੈ ਪੰਜਾਬ ਦੇ ਵਿੱਚ, ਜਿਨ੍ਹਾਂ ਨੇ ਉਹਨਾਂ ਦੀ ਹਰ ਇੱਕ ਜਗ੍ਹਾ ਤੇ ਤਸਵੀਰਾਂ ਲਗਾਈਆਂ, ਉਹਨਾਂ ਨੂੰ ਦੇਖੋ ਜੀ, ਉਹਨਾਂ ਨੂੰ ਅਸੀਂ ਪੁੱਜਦੇ ਹੈਗੇ ਹਾਂ, ਠੀਕ ਹੈ, ਕਿਉਂਕਿ ਦੇਸ਼ ਲਈ ਜਿੰਨਾ ਵੀ ਹੁਣ ਅਸੀਂ ਇੱਕ ਭਾਰਤ ਦੇਸ਼ ਦੇ ਵਿੱਚ ਰਹਿੰਦੇ ਹਾਂ, ਜਿਹਦੇ ਵਿੱਚ ਕਿ ਅਸੀਂ ਖੁਦ ਉਹਨਾਂ ਨੂੰ ਇੱਕ ਰਿਸਪੈਕਟ ਦੀ ਨਜ਼ਰ ਨਾਲ ਉਹਨਾਂ ਦੇ ਕਰਦੇ ਹੈਗੇ ਹਾਂ, ਠੀਕ ਹੈ ਨਾ ਜੀ। ਇਹ ਚੀਜ਼ ਉਹਨਾਂ ਨੇ ਬਹੁਤ ਗਲਤ ਕਹੀ ਹੈ, ਠੀਕ ਹੈ। ਉਹ ਚੀਜ਼ ਇਹਨਾਂ ਨੂੰ ਕਹਿਣੀ ਚਾਹੀਦੀ ਹੈ, ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਉਸ ਚੀਜ਼ ਦੇ ਲਈ, ਠੀਕ ਹੈ ਨਾ। ਹਰੇਕ ਨੂੰ ਉਹ ਹੋਣੇ ਚਾਹੀਦਾ। ਹੁਣ ਯੂਥ ਨੂੰ ਇਸ ਚੀਜ਼ ਦੀ, ਦੇਖੋ ਜੀ ਯੂਥ ਇੰਨਾ ਜਿਹੜਾ ਐਗਰੈਸਿਵ ਹੋ ਗਿਆ, ਜਿਹੜਾ ਕਿ ਉਹਨਾਂ ਨਾਲ ਜੁੜ ਰਿਹਾ ਸੀਗਾ। ਪਹਿਲਾਂ ਤਾਂ ਖੁਦ ਭਗਤ ਸਿੰਘ ਦੇ ਬਾਰੇ ਖੁਦ ਬੋਲਦੇ ਸੀਗੇ, ਚੰਗਾ ਬੋਲਦੇ ਸੀ। ਅੱਜ ਇੱਕ ਐਮਪੀ ਦੀ ਸੀਟ ਤੇ ਬੈਠ ਕੇ ਤੁਸੀਂ ਇੱਕ ਭਗਤ ਸਿੰਘ ਜੀ ਨੂੰ, ਇੱਕ ਉਹਨਾਂ ਨੂੰ ਤੁਸੀਂ ਆਤੰਕਵਾਦੀ ਕਹਿ ਰਹੇ ਹੋ, ਉਹ ਚੀਜ਼ ਬਹੁਤ ਗਲਤ ਹੈਗੀ ਹੈ। ਇਸ ਚੀਜ਼ ਦੀ ਅੱਗੇ ਉਹ ਹੋਣੀ ਚਾਹੀਦੀ ਕਾਰਵਾਈ। ਸੋ ਜਿਵੇਂ ਕਿ ਤੁਸੀਂ ਵੇਖਿਆ ਕਿ ਕਈ ਜਿਹੜਾ ਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਕੀ ਉਹ ਬਿਆਨਬਾਜ਼ੀ ਕੀਤੀ ਉਹ ਗਲਤ ਕੀ ਹੈ, ਤੇ ਦੂਜੇ ਪਾਸੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਬਿਆਨ ਦਿੱਤਾ ਹੈ ਸ਼ਹੀਦ ਭਗਤ ਸਿੰਘ ਦੇ ਖਿਲਾਫ ਉਹ ਬਿਲਕੁਲ ਠੀਕ ਦਿੱਤਾ ਹੈ। ਕੈਮਰਾਮੈਨ ਰੁਪਿੰਦਰ ਸਿੰਘ ਜੱਗੀ ਦੇ ਨਾਲ ਮੈਂ ਸ਼ਸ਼ਾਂਕ, ਪੰਜਾਬ ਟੁਡੇ, ਚੰਡੀਗੜ੍ਹ।